TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ, ਕੁਝ ਅਹਿਮ ਜਾਣਕਾਰੀਆਂ ਨੂੰ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸ਼ਾਮਲ ਕਰੀਏ। ਖੇਤੀ ਕਾਨੂੰਨ ਮੁੜ ਆਉਣਗੇ ਵਾਪਸ, ਤੋਮਰ ਨੇ ਦਿੱਤੇ ਸੰਕੇਤ। ਭੱਖੀ ਸਿਆਸਤ। ਲੁਧਿਆਣਾ ਬੰਬ ਕਾਂਡ ਦੀ ਕਿੱਥੇ ਕਿਵੇਂ ਰਚੀ ਗਈ ਸਾਜ਼ਿਸ਼, ਉੱਠਿਆ ਪਰਦਾ। ਮੁੱਖ ਮੰਤਰੀ ਚੰਨੀ ਹੁਣ ਮੰਗਣਗੇ ਮੁਆਫੀ ਜਾਂ ਕਰਨਗੇ ਕੇਸਾਂ ਦਾ ਸਾਹਮਣਾ। ਦਰਬਾਰ ਸਾਹਿਬ 'ਚ ਬੇਅਦਬੀ ਦੇ ਦੋਸ਼ੀ ਦੀ ਪਹਿਚਾਣ ਦੱਸਣ ਵਾਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਜਾਵੇਗਾ ਇਨਾਮ। ਅਤੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਉਹ ਕਿੱਥੋਂ ਲੜਨਗੇ ਚੋਣ ਅਤੇ ਕਿਹੜੀਆਂ ਜਥੇਬੰਦੀਆਂ ਨਹੀਂ ਲੜਨਗੀਆਂ ਚੋਣਾਂ। ਦੋਸਤੋ, ਇਹ ਕੁਝ ਜਾਣਕਾਰੀਆਂ ਨੇ ਜਿਹੜੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ, ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਜਾਣਕਾਰੀਆਂ ਪੁਖਤਾ ਲੱਗੀਆਂ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅਤੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਨੇ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਇਕੱਲੀ ਖਬਰ ਦੇ ਉੱਤੇ ਨਜ਼ਰ ਮਾਰੀਏ। ਸਭ ਤੋਂ ਪਹਿਲਾਂ ਇਸ ਵਕਤ ਦੀ ਵੱਡੀ ਖਬਰ ਆਖੀ ਜਾ ਸਕਦੀ ਹੈ ਕਿ 380 ਦਿਨ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਕਿਸਾਨ ਬੈਠੇ ਰਹੇ। ਬੱਚੇ, ਬੀਬੀਆਂ, ਨੌਜਵਾਨ, ਬਜ਼ੁਰਗ, 700 ਤੋਂ ਵੱਧ ਉਹ ਲੋਕ ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ, ਸ਼ਹਾਦਤਾਂ ਦੇ ਦਿੱਤੀਆਂ। ਫਿਰ 19 ਨਵੰਬਰ 2021 ਦਾ ਦਿਨ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲਾ ਦਿਨ, ਜਿਸ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਕਹਿੰਦੇ ਕਿ ਭਾਈ ਇਹ ਖੇਤੀ ਕਾਨੂੰਨ ਅਸੀਂ ਵਾਪਸ ਲੈਂਦੇ ਹਾਂ ਤੇ ਤੁਹਾਡੇ ਤੋਂ ਅਸੀਂ ਮੁਆਫੀ ਵੀ ਮੰਗਦੇ ਹਾਂ। ਪਰ ਹੁਣ ਅਚਨਚੇਤ ਇੱਕ ਕੇਂਦਰੀ ਖੇਤੀਬਾੜੀ ਮੰਤਰੀ ਦਾ ਬਿਆਨ, ਨਰਿੰਦਰ ਸਿੰਘ ਤੋਮਰ ਦਾ ਬਿਆਨ, ਜਿਸ ਨੇ ਤਹਿਲਕਾ ਮਚਾ ਦਿੱਤਾ, ਸਿਆਸਤ ਫੇਰ ਭਖਾ ਦਿੱਤੀ ਹੈ। ਉਹ ਕਹਿੰਦੇ ਖੇਤੀ 'ਚ ਜੇਕਰ ਆਪਾਂ ਵੇਖੀਏ ਤਾਂ ਬਹੁਤ ਨਿਵੇਸ਼ ਘੱਟ ਹੈ, ਖਾਸ ਕਰਕੇ ਪ੍ਰਾਈਵੇਟ ਅਦਾਰਿਆਂ ਦਾ। ਅਸਲ ਦੇ ਵਿੱਚ ਨਾਗਪੁਰ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਉਹ ਗੱਲਬਾਤ ਕਰ ਰਹੇ ਸੀ ਤੇ ਉੱਥੇ ਆ ਖੇਤੀ ਕਾਨੂੰਨਾਂ ਵਾਲਾ ਮੁੱਦਾ ਉਹਨਾਂ ਨੇ ਫਿਰ ਤੋਂ ਖੜਾ ਕਰ ਦਿੱਤਾ ਹੈ। ਉਹ ਕਹਿੰਦੇ ਖੇਤੀ ਸੁਧਾਰ ਕਾਨੂੰਨ ਰੱਦ ਕਰਨ ਦੇ ਬਾਵਜੂਦ ਸਰਕਾਰ ਨਿਰਾਸ਼ ਨਹੀਂ, ਕਿਸਾਨਾਂ ਦੇ ਹਿੱਤ 'ਚ ਖੇਤੀ ਕਾਨੂੰਨ ਫਿਰ ਵਾਪਸ ਲਿਆਂਦੇ ਜਾਣਗੇ। ਤੋਮਰ ਦਰਅਸਲ ਉੱਥੇ ਖੇਤੀ ਉਦਯੋਗ ਪ੍ਰਦਰਸ਼ਨੀ ਐਗਰੋ ਵਿਜ਼ਨ ਦਾ ਉਦਘਾਟਨ ਕਰ ਰਹੇ ਸੀ ਤੇ ਉੱਥੇ ਉਹਨਾਂ ਦਾ ਆ ਬਿਆਨ ਆ ਗਿਆ। ਐਗਰੋ ਵਿਜ਼ਨ ਦੇ ਸਰਪ੍ਰਸਤ ਅਤੇ ਕੇਂਦਰੀ ਮੰਤਰੀ ਨਿਤਨ ਗਡਕਰੀ ਵੀ ਉੱਥੇ ਮੌਜੂਦ ਸੀ। ਤੋਮਰ ਕਹਿੰਦੇ ਕਿ ਅਸੀਂ ਕਿਸਾਨਾਂ ਲਈ ਖੇਤੀ ਸੋਧ ਕਾਨੂੰਨ ਲਿਆਂਦੇ ਸੀ, ਪਰ ਕੁਝ ਕਿਸਾਨਾਂ ਨੂੰ ਉਹ ਪਸੰਦ ਨਹੀਂ ਆਏ ਅਤੇ ਇਹ ਖੇਤੀ ਸੁਧਾਰ ਆਜ਼ਾਦੀ ਦੇ ਤਕਰੀਬਨ 70 ਵਰ੍ਹਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਹੇਠ ਲਿਆਂਦੇ ਗਏ ਸੀ ਅਤੇ ਇਹ ਬਹੁਤ ਵੱਡੇ ਸੁਧਾਰ ਸਨ। ਉਹ ਕਹਿੰਦੇ ਖੇਤੀ ਕਾਨੂੰਨ ਵਾਪਸ ਲੈ ਗਏ ਨੇ, ਨਿਰਾਸ਼ ਅਸੀਂ ਹੈ ਨਹੀਂ, ਸਿਰਫ ਇੱਕੋ ਹੀ ਕਦਮ ਪਿੱਛੇ ਹਟੇ ਸੀ ਅਤੇ ਫਿਰ ਅੱਗੇ ਵਧਾਂਗੇ। ਉਹ ਕਹਿੰਦੇ ਕਿਉਂਕਿ ਭਾਰਤ ਦੀ ਰੀੜ੍ਹ ਦੀ ਹੱਡੀ ਹੈ ਖੇਤੀ ਸੈਕਟਰ ਨੂੰ ਵੱਡੇ ਪੱਧਰ ਤੇ ਨਿਵੇਸ਼ ਦੀ ਜ਼ਰੂਰਤ ਹੈ, ਪਰ ਇਹ ਇੱਕੋ ਇੱਕ ਖੇਤਰ ਹੈ ਜਿਸ ਦੇ ਵਿੱਚ ਨਿੱਜੀ ਨਿਵੇਸ਼ ਘੱਟ ਹੁੰਦਾ ਹੈ। ਜਿੱਥੇ ਪ੍ਰਾਈਵੇਟ ਨਿਵੇਸ਼ ਘੱਟ ਹੁੰਦਾ ਹੈ ਉਹ ਖੇਤੀ ਖੇਤਰ ਹੈ। ਤੋਮਰ ਕਹਿੰਦੇ ਅਸੀਂ ਨਿੱਜੀ ਨਿਵੇਸ਼ 'ਚ ਜੇ ਅਸੀਂ ਗੱਲ ਕਰੀਏ ਉਹਦੇ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ, GDP ਵਧੂਗੀ ਤੇ ਉਹਦੇ ਨਾਲ ਉਦਯੋਗਾਂ ਦਾ ਯੋਗਦਾਨ ਵਧੂਗਾ। ਕਹਿਣ ਦਾ ਭਾਵ ਹਾਲੇ ਵੀ ਜਿਹੜੀਆਂ ਉਹ ਗੱਲਾਂ ਪਹਿਲਾਂ ਕਹਿੰਦੇ ਹੁੰਦੇ ਸੀ ਉੱਥੇ ਕੀ ਖੜੇ ਆ। ਉਹ ਕਹਿੰਦੇ ਜਿਹੜਾ ਅੱਜ ਨਿਵੇਸ਼ ਹੋ ਰਿਹਾ ਨਾ, ਖੇਤੀ ਖੇਤਰ ਦੇ ਵਿੱਚ ਹੋਵੇ ਜਾਂ ਕਿਤੇ ਹੋਰ ਹੋ ਰਿਹਾ, ਉਹਦਾ ਕਿਸਾਨਾਂ ਨੂੰ ਨਹੀਂ ਸਗੋਂ ਉਦਯੋਗਪਤੀਆਂ ਨੂੰ ਫਾਇਦਾ ਹੋ ਰਿਹਾ, ਵਪਾਰੀਆਂ ਨੂੰ ਫਾਇਦਾ ਹੋ ਰਿਹਾ। ਕਹਿੰਦੇ ਖੇਤੀ ਖੇਤਰ ਬਹੁਤ ਵੱਡਾ ਹੈ, ਜਿਸ ਤਰ੍ਹਾਂ ਉਹ ਵੱਡਾ ਹੈ ਪਰ ਉਹਨਾਂ ਫਾਇਦਾ ਨਹੀਂ ਮਿਲ ਰਿਹਾ। ਇਸ ਖੇਤਰ ਨੂੰ ਸਰਕਾਰੀ ਪ੍ਰੋਗਰਾਮਾਂ ਰਾਹੀਂ ਜ਼ਿਆਦਾਤਰ ਨਿਵੇਸ਼ ਪ੍ਰਾਪਤ ਹੁੰਦਾ ਹੈ। ਖੇਤੀ ਸੈਕਟਰ ਨੂੰ ਸਰਕਾਰੀ ਖਰੀਦ, ਖਾਦ, ਬੀਜ ਅਤੇ ਕੀਟਨਾਸ਼ਕਾਂ ਤੇ ਸਬਸਿਡੀ ਨਿਵੇਸ਼ ਪ੍ਰਾਪਤ ਹੁੰਦਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਇਸ ਖੇਤਰ ਦੇ ਵਿੱਚ ਮੌਜੂਦਾ ਨਿਵੇਸ਼ ਨਾਲ ਵਪਾਰੀਆਂ ਨੂੰ ਫਾਇਦਾ ਹੁੰਦਾ ਪਰ ਕਿਸਾਨਾਂ ਨੂੰ ਫਾਇਦਾ ਨਹੀਂ ਹੁੰਦਾ। ਉਹ ਕਹਿੰਦੇ ਸਰਕਾਰ ਨੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਉਪਜ ਦੀ ਖਰੀਦ ਕੀਤੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਪਿੰਡਾਂ 'ਚ ਗੋਦਾਮ ਅਤੇ ਕੋਲਡ ਸਟੋਰੇਜ ਨਹੀਂ ਮਿਲਦੇ, ਇਸ ਲਈ ਪ੍ਰਧਾਨ ਮੰਤਰੀ ਮੋਦੀ ਨੇ 1 ਲੱਖ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਨਿਵੇਸ਼ ਦੇ ਨਾਲ ਪਸ਼ੂ ਪਾਲਣ, ਖੁਰਾਕ ਸਪਲਾਈ, ਮੱਛੀ ਪਾਲਣ, ਹਰਬਲ ਖੇਤੀ ਵਰਗੇ ਖੁਸ਼ਹਾਲ ਖੇਤਰਾਂ 'ਚ 1.5 ਲੱਖ ਕਰੋੜ ਰੁਪਏ ਤੱਕ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਉਹ ਕਹਿੰਦੇ ਕਰੋਨਾ ਮਹਾਮਾਰੀ ਦੇ ਦੌਰਾਨ
ਭਾਰਤ ਦੇ ਵਿੱਚ ਬੰਪਰ ਫਸਲ ਹੋਈ ਅਤੇ ਸਰਕਾਰ ਨੇ ਪਹਿਲਾਂ ਤੋਂ ਕਿਤੇ ਜ਼ਿਆਦਾ ਉਪਜ ਦੀ ਫਿਰ ਖਰੀਦ ਵੀ ਕੀਤੀ। ਹੁਣ ਜਦੋਂ ਤੋਮਰ ਦਾ ਇਹ ਬਿਆਨ ਆ ਗਿਆ ਕਿ ਭਾਈ ਅਸੀਂ ਇੱਕ ਕਦਮ ਪਿੱਛੇ ਹਟੇ ਸੀ, ਖੇਤੀ ਸੁਧਾਰ ਕਾਨੂੰਨ ਫੇਰ ਲਿਆਂਦੇ ਜਾਣਗੇ, ਤੇ ਫਿਰ ਇਹਦੇ ਤੇ ਸਿਆਸਤ ਭਖਣੀ ਸੀ। ਕਾਂਗਰਸ ਨੇ ਵੀ ਤੇ ਰਾਹੁਲ ਗਾਂਧੀ ਤੇ ਉਹਨਾਂ ਦੇ ਹੋਰ ਲੀਡਰਾਂ ਨੇ ਵੀ ਇਹਦੇ ਉੱਤੇ ਨਿਸ਼ਾਨੇ ਬੰਨ੍ਹ ਦਿੱਤੇ ਹੈ। ਉਹ ਕਹਿੰਦੇ ਜੇ ਬਿੱਲ ਵਾਪਸ ਲਿਆਉਣੀ ਸੀ ਤਾਂ ਵਾਪਸ ਕਾਹਤੋਂ ਲਏ? ਫਿਰ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਕਿਸਾਨਾਂ ਤੋਂ ਮੁਆਫੀ ਕਿਹੜੀ ਗੱਲ ਦੀ ਮੰਗੀ ਸੀ? ਹੁਣ ਉਹ ਕਹਿੰਦੇ ਤੁਸੀਂ ਪ੍ਰਧਾਨ ਮੰਤਰੀ ਦੀ ਮੁਆਫੀ ਦਾ ਵੀ ਅਪਮਾਨ ਕੀਤਾ ਤੇ ਕਿਸਾਨਾਂ ਦਾ ਵੀ ਅਪਮਾਨ ਕੀਤਾ। ਉਹ ਕਹਿੰਦੇ ਜੇ ਤੁਸੀਂ ਦੁਬਾਰਾ ਮੁੜ ਕੇ ਇਹ ਕਦਮ ਉਠਾਉਣੇ ਨੇ ਤਾਂ ਫਿਰ ਅੰਨਦਾਤਿਆਂ ਦਾ ਸੱਤਿਆਗ੍ਰਹਿ ਮੁੜ ਤੋਂ ਸ਼ੁਰੂ ਹੋਵੇਗਾ, ਯਾਦ ਰੱਖਿਓ। #ਫਾਰਮਰ ਸਪੋਰਟ ਦੀ ਵਰਤੋਂ ਕਰਦਿਆਂ ਉਹਨਾਂ ਨੇ ਇੱਕ ਟਵੀਟ ਕੀਤਾ ਕਿ ਘਮੰਡ ਨੂੰ ਹਰਾਇਆ ਸੀ, ਮੁੜ ਕੇ ਹਰਾਵਾਂਗੇ। ਇਸੇ ਤਰ੍ਹਾਂ ਕਾਂਗਰਸ ਦੇ ਬੁਲਾਰੇ ਨੇ ਰਣਦੀਪ ਸਿੰਘ ਸੂਰਜੇਵਾਲਾ, ਉਹ ਕਹਿੰਦੇ ਤੋਮਰ ਦੇ ਬਿਆਨ ਦੇ ਨਾਲ ਕਿਸਾਨ ਵਿਰੋਧੀ ਖੇਤੀ ਕਾਨੂੰਨ ਵਾਪਸ ਲਿਆਉਣ ਦੀ ਸਾਜ਼ਿਸ਼ ਦਾ ਪਰਦਾ ਇੱਕ ਵਾਰੀ ਫਿਰ ਤੋਂ ਫਾਸ਼ ਹੋ ਗਿਆ ਹੈ। ਉਹਨਾਂ ਇੱਥੋਂ ਤੱਕ ਆਖਿਆ ਕਿ ਪੰਜਾਬ 'ਚ, ਯੂਪੀ 'ਚ, ਉੱਤਰਾਖੰਡ ਤੇ ਹੋਰ ਸੂਬਿਆਂ ਦੇ ਵਿੱਚ, ਭਾਵ ਕੁੱਲ 5 ਸੂਬਿਆਂ ਦੇ ਵਿੱਚ ਚੋਣਾਂ ਨੇ। ਇਹ ਕਹਿੰਦੇ ਇੱਥੋਂ ਗੱਲ ਸਾਫ਼ ਹੋ ਗਈ ਕਿ ਚੋਣਾਂ 'ਚ ਹਾਰ ਦੇ ਡਰ ਨੂੰ ਮੱਦੇ ਨਜ਼ਰ ਰੱਖਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਮੁਆਫੀ ਮੰਗੀ ਤੇ ਸੰਸਦ ਦੇ ਵਿੱਚ ਤਿੰਨੇ ਇਹ ਕਾਲੇ ਕਾਨੂੰਨ ਵਾਪਸ ਲਏ। ਇਹ ਤੋਂ ਪਹਿਲਾਂ ਮੈਂ ਇਹ ਵੀ ਦੱਸਦਾ ਕਿ ਰਾਜਸਥਾਨ ਦੇ ਰਾਜਪਾਲ ਨੇ, ਉਹਨਾਂ ਨੇ ਵੀ 21 ਨਵੰਬਰ ਨੂੰ ਆਖਿਆ ਸੀ ਕਿ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਨੇ, ਪਰ ਇਹ ਮੁੜ ਲਿਆਂਦੇ ਜਾਣਗੇ। ਇਸ ਤਰ੍ਹਾਂ ਭਾਜਪਾ ਦੇ ਸੰਸਦ ਮੈਂਬਰ ਨੇ ਸਾਕਸ਼ੀ ਮਹਾਰਾਜ, ਉਹਨਾਂ ਨੇ ਵੀ ਆਖਿਆ ਸੀ ਕਿ ਵਾਪਸ ਲੈ ਲਏ, ਵਾਪਸ ਲਿਆਂਦੇ ਜਾਣਗੇ। ਤੇ ਹੁਣ ਇਧਰੋਂ ਕਿਸਾਨ ਆਗੂਆਂ ਦੀ ਪ੍ਰਤੀਕਿਰਿਆ ਦੀ ਉਡੀਕ ਹੈ। ਹੋ ਸਕਦਾ ਕਿ ਜਦੋਂ ਤੱਕ ਇਹ ਖਬਰ ਤੁਹਾਡੇ ਤੱਕ ਪਹੁੰਚੇ ਉਦੋਂ ਤੱਕ ਉਹਨਾਂ ਦੀ ਵੀ ਇਸ ਖਬਰ ਦੇ ਉੱਤੇ ਕੋਈ ਨਾ ਕੋਈ ਪ੍ਰਤੀਕਿਰਿਆ ਆ ਜਾਏ। ਪਰ ਆਪਣੇ ਆਪ ਦੇ ਵਿੱਚ ਇਹ ਬਿਆਨ ਬਹੁਤ ਵੱਡਾ ਹੈ। ਉਹ ਮਾਇਨੇ ਰੱਖਦਾ ਕਿ ਕੀ ਸਿਰਫ ਜਿਹੜਾ ਕਿਸਾਨੀ ਸੰਘਰਸ਼ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਸੀ, ਸਮੁੱਚੇ ਭਾਰਤ ਤੇ ਦੁਨੀਆ 'ਚ ਫੈਲ ਗਿਆ ਸੀ, ਕਿ ਉਹਦੀ ਧਾਰ ਖੁੰਡੀ ਕਰਨ ਵਾਸਤੇ ਤਾਂ ਨਹੀਂ ਸੀ ਇਹ ਕੰਮ ਕਰ ਦਿੱਤਾ ਕਿ ਇੱਕ ਵਾਰੀ ਉਠਾ ਦਿਓ, ਦੁਬਾਰਾ ਸ਼ਾਇਦ ਇਹ ਆਉਣ ਨਾ। ਜੇ ਆਏ ਵੀ ਸ਼ਾਇਦ ਹੋ ਸਕਦਾ ਇੰਨਾ ਪ੍ਰੈਸ਼ਰ ਬਿਲਡ ਨਾ ਹੋ ਸਕੇ, ਪਰ ਹੋ ਸਕਦਾ ਹੁਣ ਕਿਸੇ ਨਾ ਕਿਸੇ ਹੋਰ ਤਰੀਕੇ ਨਾਲ ਇਹ ਕਾਨੂੰਨ ਲਿਆਂਦੇ ਜਾਣ। ਪਰ ਜਾਂ ਤਾਂ ਇਹਦੇ ਉੱਤੇ ਉਹ ਸਫਾਈ ਦੇਣਗੇ ਜਾਂ ਪ੍ਰਧਾਨ ਮੰਤਰੀ ਨੂੰ ਉਹ ਝੂਠਾ ਪਾਉਣਗੇ। ਵੇਖਦੇ ਹਾਂ ਕਿ ਹੁਣ ਅਗਲੀ ਸਟੈਪ ਜਾਂ ਅਗਲਾ ਕਦਮ ਕਿਹੜਾ ਪੁੱਟਿਆ ਜਾਂਦਾ ਹੈ। ਤੇ ਦੂਸਰੇ ਪਾਸੇ ਬੀਤੇ ਕੁਝ ਕੁ ਦਿਨਾਂ ਤੋਂ ਜਿਸ ਦਿਨ ਤੋਂ FIR ਦਰਜ ਕੀਤੀ ਹੈ ਬਿਕਰਮ ਸਿੰਘ ਮਜੀਠੀਆ ਤੇ, ਉਸ ਦਿਨ ਦੀ ਪੰਜਾਬ ਦੀ ਸਿਆਸਤ ਤੇ ਇੱਕ ਵਾਰੀ ਫਿਰ ਤੋਂ ਭਖੀ ਹੋਈ ਹੈ ਤੇ ਉਹਨੂੰ ਹੋਰ ਭਖਾ ਦਿੱਤਾ ਹੈ। ਹੁਣੇ ਭਾਜਪਾ ਦੇ ਵਿੱਚ ਜਿਹੜੇ ਸ਼ਾਮਲ ਹੋਏ ਨੇ ਮਨਜਿੰਦਰ ਸਿੰਘ ਸਿਰਸਾ ਨੇ ਮੁੱਖ ਮੰਤਰੀ ਚੰਨੀ ਨੂੰ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਹੜੀ ਮੁਆਫੀ ਮੰਗੀ ਗਈ ਸੀ ਬਿਕਰਮਜੀਤ ਸਿੰਘ ਮਜੀਠੀਆ ਤੋਂ, ਉਸ ਮੁਆਫੀ ਦੇ ਸਬੰਧ ਦੇ ਵਿੱਚ ਝੂਠੇ ਤੇ ਆਧਾਰਹੀਣ ਦਾਅਵੇ ਪੇਸ਼ ਕਰਨ ਦੇ ਵਾਸਤੇ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਤੇ ਨਾਲ ਮਨਜਿੰਦਰ ਸਿੰਘ ਸਿਰਸਾ ਨੇ 3 ਦਿਨਾਂ ਦੇ ਅੰਦਰ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਲਿਖਤੀ ਮੁਆਫੀ ਮੰਗਣ ਜਾਂ ਫਿਰ ਦੀਵਾਨੀ ਅਤੇ ਫੌਜਦਾਰੀ ਦੋਵੇਂ ਕੇਸਾਂ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣ ਵਾਸਤੇ ਆਖ ਦਿੱਤਾ ਹੈ। ਉਹਨਾਂ ਨੇ ਵਕੀਲ ਜਸਪ੍ਰੀਤ ਸਿੰਘ ਰਾਏ ਦੇ ਰਾਹੀਂ ਆਪਣਾ ਇਹ ਨੋਟਿਸ ਭੇਜਿਆ, ਜਿਸ ਦੇ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਚੰਨੀ ਨੇ ਅਰਵਿੰਦ ਕੇਜਰੀਵਾਲ ਅਤੇ ਵਿਕਰਮ ਮਜੀਠੀਆ ਦੇ ਦਰਮਿਆਨ ਕਥਿਤ ਸਮਝੌਤੇ ਨੂੰ ਲੈ ਕੇ ਝੂਠੀਆਂ ਅਤੇ ਅਪਮਾਨਜਨਕ ਟਿੱਪਣੀਆਂ ਮਨਜਿੰਦਰ ਸਿੰਘ ਸਿਰਸਾ ਦੇ ਬਾਬਤ ਕੀਤੀਆਂ ਨੇ। ਇਹਦੇ ਵਿੱਚ ਕਿਹਾ ਗਿਆ ਕਿ ਚੰਨੀ ਨੇ ਇਹ ਝੂਠਾ ਵਾਅਦਾ ਕੀਤਾ ਹੈ, ਇਹ ਝੂਠਾ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਨੇ ਜਿਹੜਾ ਮੁਆਫੀ ਮੰਗੀ ਸੀ, ਜਿਹੜਾ ਸਮਝੌਤਾ ਹੋਇਆ ਸੀ, ਉਹਦੇ ਵਿੱਚ ਸਮਝੌਤਾ ਕਰਵਾਉਣ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਰੋਲ ਅਦਾ ਕੀਤਾ ਸੀ। ਇਸ ਨੋਟਿਸ ਦੇ ਵਿੱਚ ਸਿਰਸਾ ਦੀ ਲੀਗਲ ਟੀਮ ਨੇ ਸੋਸ਼ਲ ਮੀਡੀਆ ਤੇ ਮੀਡੀਆ ਸੰਗਠਨਾਂ ਦੇ ਨਾਲ ਵੈਬਸਾਈਟ ਦੇ ਲਿੰਕ ਵੀ ਨੱਥੀ ਕਰ ਦਿੱਤੇ ਹੈ, ਜਿਨ੍ਹਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਇਹ ਦਾਅਵਾ ਕਰਦੇ ਨਜ਼ਰ ਆਉਂਦੇ ਆ ਕਿ ਭਾਈ ਇਹਦੇ ਵਿੱਚ ਵਿਚੋਲੇ ਦੀ ਭੂਮਿਕਾ ਮਨਜਿੰਦਰ ਸਿੰਘ ਸਿਰਸਾ ਨੇ ਨਿਭਾਈ ਸੀ। ਨੋਟਿਸ ਦੇ ਵਿੱਚ ਲਿਖਿਆ ਗਿਆ ਕਿ ਚੰਨੀ ਨੇ ਸਿਰਸਾ ਦੇ ਖਿਲਾਫ ਝੂਠਾ ਦਾਅਵਾ ਕੀਤਾ, ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਕੀਤਾ। ਇਹ ਬੇਹੱਦ ਨਿੰਦਣਯੋਗ ਹੈ। ਇਹ ਦਾਅਵਾ ਬਿਲਕੁਲ ਬੋਗਸ ਹੈ ਤੇ ਇਸ ਦਾ ਮਕਸਦ ਮੀਡੀਆ ਦੇ ਪ੍ਰਭਾਵ ਦਾ ਲਾਭ ਲੈਣਾ ਅਤੇ ਆਪਣਾ ਸਿਆਸੀ ਪ੍ਰਾਪੇਗੰਡਾ ਅੱਗੇ ਤੋਰਨਾ ਹੈ। ਹੁਣ ਵੇਖਦੇ ਹਾਂ ਕਿ ਪਹਿਲਾਂ ਤਾਂ ਰੋਜ਼ ਇੱਕੋ ਹੀ ਗੱਲ ਦੀ ਰੱਟ ਲਾਈ ਹੋਈ ਹੈ ਕਿ ਕੇਜਰੀਵਾਲ ਮੁਆਫੀ ਮੰਗ ਗਿਆ। ਹੁਣ ਵੇਖਦੇ ਹਾਂ ਕਿ ਚਰਨਜੀਤ ਸਿੰਘ ਚੰਨੀ ਮੁਆਫੀ ਮੰਗਦੇ ਆ ਜਾਂ ਫਿਰ ਮਨਜਿੰਦਰ ਸਿੰਘ ਸਿਰਸਾ ਜਿਹੜੇ ਕੇਸ ਕਰਨ ਦੇ ਬਾਬਤ ਆਖ ਰਹੇ ਨੇ ਦਿਨ 3 ਦਿੱਤੇ ਹੈ, ਜਾਂ ਫਿਰ ਫੌਜਦਾਰੀ ਤੇ ਦੀਵਾਨੀ ਕੇਸਾਂ ਦਾ ਸਾਹਮਣਾ ਕਰਦੇ ਆ। ਉਹ ਕਹਿੰਦੇ ਤੱਥ ਤੇ ਸਬੂਤ ਲਿਆ ਕੇ ਦੇ ਦਿਓ। ਬੀਤੇ ਦਿਨ ਉਹਨਾਂ ਨੇ ਆਖਿਆ ਸੀ ਕਿ ਜੇਕਰ ਕੇਜਰੀਵਾਲ ਮੁਆਫੀ ਨਾ ਮੰਗਦਾ ਤਾਂ ਸ਼ਾਇਦ FIR ਕਦੋਂ ਦੀ ਦਰਜ ਹੋ ਜਾਂਦੀ। ਪਰ ਸਵਾਲਾਂ ਦਾ ਸਵਾਲ ਇਹ ਕਿ FIR ਤੁਹਾਡੀ ਪੁਲਿਸ ਨੇ ਕਰਨੀ ਸੀ,
ਜਦੋਂ ਕੇਜਰੀਵਾਲ ਦੋਸ਼ ਲਾ ਰਿਹਾ ਸੀ, ਜੇਕਰ ਤੁਹਾਡੇ ਕੋਲ ਤੱਥ ਤੇ ਸਬੂਤ ਸਨ ਜਿਨ੍ਹਾਂ ਨੂੰ ਆਧਾਰ ਬਣਾ ਕੇ ਤੁਸੀਂ ਹੁਣ FIR ਦਰਜ ਕੀਤੀ ਹੈ, ਉਦੋਂ ਸੁੱਤੇ ਕਿਉਂ ਰਹੇ? ਜੇ ਤੁਸੀਂ ਸੱਚਮੁੱਚ ਇਸ ਬੁਰਾਈ ਦਾ ਨਾਸ਼ ਕਰਨਾ ਚਾਹੁੰਦੇ ਹੋ, ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਹੋ, ਤਾਂ 2018 ਤੋਂ 2021 ਤੁਸੀਂ ਆਉਣ ਕਿਉਂ ਦਿੱਤਾ? ਤੁਸੀਂ ਸਾਰੇ ਵਿਰੋਧੀ ਉਸ ਵਕਤ ਕੇਜਰੀਵਾਲ ਦਾ ਸਾਥ ਦਿੰਦੇ ਜਾਂ ਕੇਜਰੀਵਾਲ ਨੂੰ ਕਹਿੰਦੇ ਅਸੀਂ ਵੀ ਤੇਰੇ ਨਾਲ ਆ, ਕਿਉਂਕਿ ਇਹ ਮੁੱਦਾ ਨਾ ਕੇਜਰੀਵਾਲ ਦਾ, ਨਾ ਇਹ ਚਰਨਜੀਤ ਸਿੰਘ ਚੰਨੀ ਦਾ, ਤੇ ਨਾ ਇਹ ਕਿਸੇ ਹੋਰ ਦੂਸਰੇ ਤੀਸਰੇ ਦਾ। ਇਹ ਮੁੱਦਾ ਪੰਜਾਬੀਆਂ ਦਾ ਹੈ, ਇਹ ਮੁੱਦਾ ਪੰਜਾਬ ਦਾ ਹੈ। ਜੇ ਸੱਚਮੁੱਚ ਸੁਹਿਰਦੋਂ ਕੇ ਨਸ਼ੇ ਖਤਮ ਕਰਨੇ ਨੇ ਤਾਂ ਇਸ ਤਰ੍ਹਾਂ ਦੇ ਮੁੱਦਿਆਂ ਤੱਕ ਘੱਟੋ ਘੱਟ ਇੱਕ ਹੋ ਜਾ ਕਰੋ, ਰਾਜਨੀਤੀ ਤੋਂ ਉੱਪਰ ਉੱਠ ਖੜਿਆ ਕਰੋ। ਤੇ ਹੁਣ ਦਰਬਾਰ ਸਾਹਿਬ ਦੇ ਵਿੱਚ ਬੀਤੇ ਦਿਨੀ ਬੇਅਦਬੀ ਹੋਈ ਸੀ, ਹਲੇ ਕੋਈ ਉਗ ਸੁਗ ਲੱਗ ਨਹੀਂ ਸਕੀ। ਉਸ ਮੰਦਭਾਗੀ ਘਟਨਾ ਦੇ ਦੋਸ਼ੀ ਦੀ ਪਹਿਚਾਣ ਹਾਲੇ ਤੱਕ ਹੋ ਨਹੀਂ ਸਕੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੁਣ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਤੁਹਾਨੂੰ ਸ਼ਾਇਦ ਚੇਤਾ ਹੀ ਹੋਣਾ ਹੈ ਕਿ 18 ਦਸੰਬਰ ਨੂੰ ਸੋਦਰ ਦਾ ਪਾਠ ਹੋ ਰਿਹਾ ਸੀ, ਜਦੋਂ ਇੱਕ ਨੌਜਵਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਾਂਦਾ ਹੈ, ਜੰਗਲਾ ਟੱਪ ਕੇ ਅੱਗੇ ਜਾ ਵੜਦਾ ਹੈ ਤੇ ਉੱਥੋਂ ਇੱਕ ਕਿਰਪਾਨ ਚੁੱਕਦਾ ਤੇ ਬੇਅਦਬੀ ਦੀ ਕੁਝ ਕੋਸ਼ਿਸ਼ ਕਰਦਾ ਹੈ। ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਕੁਝ ਪ੍ਰਬੰਧਕਾਂ ਨੇ ਤੇ ਕੁਝ ਇੱਕ ਸੰਗਤਾਂ ਨੇ ਉਸ ਨੂੰ ਦਬੋਚ ਲਿਆ ਸੀ ਤੇ ਬਾਅਦ ਦੇ ਵਿੱਚ ਉਸ ਦਾ ਕਤਲ ਹੋ ਗਿਆ ਸੀ, ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਹੁਣ ਉਸੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਦੋਸ਼ੀ ਅਤੇ ਉਹਦੇ ਪਰਿਵਾਰ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਕਿਸੇ ਵਿਅਕਤੀ ਕੋਲ ਹੋਵੇ, ਜਾਣਕਾਰੀ ਦੇਣ ਵਾਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 5 ਲੱਖ ਰੁਪਏ ਦਿੱਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਬੇਸ਼ੱਕ ਰੋਹ ਦੇ ਵਿੱਚ ਆਈ ਸੰਗਤ ਨੇ ਦੋਸ਼ੀ ਨੂੰ ਉਸੇ ਵਕਤ ਉਸਦੇ ਕੀਤੇ ਦੀ ਸਜ਼ਾ ਦੇ ਦਿੱਤੀ, ਪਰ ਘਟਨਾ ਦੀ ਤਹਿ ਤੱਕ ਜਾਣ ਦੇ ਵਾਸਤੇ ਦੋਸ਼ੀ ਦੀ ਪਹਿਚਾਣ ਬੇਹੱਦ ਜ਼ਰੂਰੀ ਹੈ ਕਿ ਉਹ ਵਿਅਕਤੀ ਕਿਹਨੇ ਭੇਜਿਆ, ਕਿਉਂ ਆਇਆ। ਜਿਹੜਾ ਵੀ ਜਾਣਕਾਰੀ ਦੇਵੇਗਾ ਉਹਨੂੰ ਇਨਾਮੀ ਰਾਸ਼ੀ ਦੇ ਨਾਲ ਨਾਲ ਉਹਦੀ ਜਾਣਕਾਰੀ ਗੁਪਤ ਰੱਖੀ ਜਾਊਗੀ। ਜਿਹੜੀ ਪੁਲਿਸ ਨੇ ਹੁਣ ਤੱਕ ਤਫਤੀਸ਼ ਕੀਤੀ ਹੈ, ਉਹ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਦੋਸ਼ੀ ਵਿਅਕਤੀ 15 ਦਸੰਬਰ ਤੋਂ ਅੰਮ੍ਰਿਤਸਰ ਦੇ ਵਿੱਚ ਸੀ। 18 ਦਸੰਬਰ ਤੱਕ ਉਹ ਕਈ ਵਾਰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਇਆ ਤੇ ਮੱਥਾ ਟੇਕਦਾ ਰਿਹਾ। ਇੱਕ ਰਾਤ ਉਹ ਹੈਰੀਟੇਜ ਸਟਰੀਟ ਦੇ ਉੱਤੇ ਧਰਮ ਸਿੰਘ ਮਾਰਕੀਟ ਦੇ ਵਿੱਚ ਜਿਹੜੇ ਉਹਦੇ ਦੁਕਾਨਾਂ ਦੇ ਬਾਹਰ ਵਰਾਂਡੇ ਬਣੇ ਨੇ, ਉੱਥੇ ਸੁੱਤਾ ਵੀ। ਚੌਕੀਦਾਰ ਉਸ ਨੂੰ ਦੁਕਾਨ ਦੇ ਸਾਹਮਣੇ ਉਠਾਉਂਦਾ ਵੀ ਹੈ ਤੇ ਭਜਾਉਂਦਾ ਵੀ ਹੈ। ਅਤੇ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ DCP ਪਰਮਿੰਦਰ ਸਿੰਘ ਭੰਡਾਲ ਸਾਹਿਬ ਨੇ ਦੱਸਿਆ ਕਿ ਪੁਲਿਸ ਦੀ ਜਾਂਚ ਹਾਲੇ ਵੀ ਜਾਰੀ ਹੈ, ਪਰ ਹਾਲੇ ਤੱਕ ਉਸ ਦੀ ਸ਼ਨਾਖਤ ਨਹੀਂ ਹੋ ਸਕੀ। ਜਾਂਚ ਟੀਮ ਦੇ ਵੱਲੋਂ CCTV ਕੈਮਰਿਆਂ ਦੀ ਪਹਿਲਾਂ ਤਾਂ 15 ਤਰੀਕ ਤੱਕ ਜਾਂਚ ਪੜਤਾਲ ਕੀਤੀ ਗਈ ਹੈ। ਹੁਣ 13 ਅਤੇ 14 ਦਸੰਬਰ ਦੀ ਫੁਟੇਜ ਨੂੰ ਵੀ ਘੋਖਿਆ ਜਾ ਰਿਹਾ ਹੈ, ਪੜਤਾਲਿਆ ਜਾ ਰਿਹਾ ਹੈ ਤੇ ਤਸਵੀਰ ਉਹਦੀ ਸ਼ਨਾਖਤ ਦੇ ਵਾਸਤੇ ਜਾਰੀ ਕੀਤੀ ਗਈ ਹੈ। ਪਰ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਕੋਈ ਪਰਿਵਾਰ, ਕੋਈ ਉਹ ਸੱਜਣ ਦਾ ਜਾਣਕਾਰ ਜਾਂ ਉਸ ਨੂੰ ਕੋਈ ਪਹਿਚਾਨਣ ਵਾਲਾ ਸਾਹਮਣੇ ਨਹੀਂ ਆ ਸਕਿਆ ਜਿਹੜਾ ਇਹ ਦੱਸ ਸਕਦਾ ਹੋਵੇ ਕਿ ਹਾਂ ਭਾਈ ਇਹਨੂੰ ਅਸੀਂ ਜਾਣਦੇ ਹਾਂ, ਇਹ ਫਲਾਣੇ ਪਿੰਡ ਦਾ ਸੀ, ਇਹ ਫਲਾਣੇ ਸ਼ਹਿਰ ਦਾ ਸੀ, ਇਹ ਫਲਾਣੇ ਸੂਬੇ ਦਾ ਸੀ। ਇਹ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਸਥਿਤੀ ਹੈ ਕਿ ਦੁਨੀਆ ਭਰ ਦੇ ਵਿੱਚ ਉਹਦੀ ਫੋਟੋ ਵਾਇਰਲ ਹੋ ਗਈ ਹੈ, ਵੀਡੀਓ ਵਾਇਰਲ ਹੋ ਗਈ ਹੈ। ਇਹਦੇ ਬਾਵਜੂਦ ਹਾਲੇ ਤੱਕ ਕੋਈ ਵਿਅਕਤੀ ਅੱਗੇ ਆ ਨਹੀਂ ਰਿਹਾ। ਭਾਵੇਂ ਹੋ ਸਕਦਾ ਉਹਦੇ ਪਰਿਵਾਰ, ਉਹਦੇ ਰਿਸ਼ਤੇਦਾਰ ਵਾਲੇ ਜਿਹੜੇ ਸੱਜਣ ਨੇ ਉਹ ਡਰ ਗਏ ਹੋਣ, ਪਰ ਕੋਈ ਆਂਢ ਗੁਆਂਢ 'ਚ ਰਹਿੰਦਾ ਵਿਅਕਤੀ ਤਾਂ ਜਾਣਦਾ ਹੋ ਸਕਦਾ, ਉਹ ਤਾਂ ਇਤਲਾਹ ਕਰੇ ਕਿ ਹਾਂ ਭਾਈ ਇਹ ਫਲਾਣੇ ਥਾਂ ਦਾ ਸੀ। ਇਹ ਆਪਣੇ ਆਪ ਦੇ ਵਿੱਚ ਹਾਲੇ ਤੱਕ ਬੁਝਾਰਤ ਬਣੀ ਹੋਈ ਹੈ ਕਹਾਣੀ। ਪਰ ਅਗਲੀ ਜਿਹੜੀ ਲੁਧਿਆਣਾ ਦੇ ਬੰਬ ਕਾਂਡ ਵਾਲੀ ਸਾਜ਼ਿਸ਼ ਹੈ, ਉਹਦੇ ਤੋਂ ਪਰਦਾ ਉੱਠ ਖੜਿਆ। ਤੁਹਾਨੂੰ ਯਾਦ ਹੋਣਾ ਕਿ ਬੀਤੇ ਵੀਰਵਾਰ ਨੂੰ ਲੁਧਿਆਣਾ ਦੇ ਅਦਾਲਤੀ ਕੰਪਲੈਕਸ ਦੇ ਵਿੱਚ ਇੱਕ ਧਮਾਕਾ ਹੋਇਆ ਸੀ ਤੇ ਉਹਦੀਆਂ ਪਰਤਾਂ ਰੋਜ਼ ਉਸੇ ਦਿਨ ਤੋਂ ਅੱਜ ਤੱਕ ਖੁੱਲ੍ਹਦੀਆਂ ਆ ਰਹੀਆਂ ਨੇ। ਹੁਣ ਤੱਕ ਜਿਹੜੀ ਜਾਣਕਾਰੀ ਮਿਲੀ ਹੈ ਕਿ ਅਦਾਲਤੀ ਕੰਪਲੈਕਸ ਦੇ ਵਿੱਚ ਧਮਾਕੇ ਜਿਹੜੀ ਸਾਜ਼ਿਸ਼ ਉਹ ਕਿੱਥੇ ਘੜੀ ਗਈ ਸੀ, ਉਹਦਾ ਪਤਾ ਲੱਗ ਗਿਆ ਕਿ ਉਹ ਸਾਜ਼ਿਸ਼ ਕੇਂਦਰੀ ਜੇਲ੍ਹ ਲੁਧਿਆਣਾ ਦੇ ਵਿੱਚ ਰਚੀ ਗਈ ਅਤੇ ਧਮਾਕੇ ਦੇ ਤਾਰ ਹੁਣ ਪਾਕਿਸਤਾਨ ਦੇ ਨਾਲ ਜੁੜਦੇ ਵੀ ਨਜ਼ਰ ਆ ਰਹੇ ਨੇ। ਬੰਬ ਧਮਾਕੇ ਵਿੱਚ ਜਿਹੜਾ ਵਿਅਕਤੀ ਮਾਰਿਆ ਗਿਆ ਸੀ ਉਹ ਪੁਲਿਸ ਦਾ ਸਾਬਕਾ ਕਾਂਸਟੇਬਲ ਸੀ ਅਤੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੀ BKU 4 ਵਿੱਚ ਬੰਦ ਰਿਹਾ ਸੀ। ਉਸ ਦੇ ਨਾਲ ਹੀ ਕੇਂਦਰੀ ਜੇਲ੍ਹ ਵਿੱਚ ਬੰਦ ਪ੍ਰੋਡਕਸ਼ਨ ਵਾਰੰਟ ਤੇ ਹੁਣ ਲਿਆਂਦੇ ਗਏ ਤਸਕਰ ਰਣਜੀਤ ਸਿੰਘ ਚੀਤਾ ਅਤੇ RDX ਦੇ ਕੇਸ ਨਾਲ ਸੰਬੰਧਿਤ ਸੁਖਵਿੰਦਰ ਸਿੰਘ ਉਰਫ ਬਾਕਸਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਮਿਲੀ ਹੈ ਕਿ ਤਿੰਨੋਂ ਹੀ ਵਿਅਕਤੀ 2 ਸਾਲਾਂ ਤੱਕ ਇੱਕੋ ਹੀ ਬੈਰਕ ਦੇ ਵਿੱਚ ਬੰਦ ਰਹੇ ਅਤੇ ਇਹਨਾਂ ਤਿੰਨਾਂ ਨੇ ਮਿਲ ਕੇ ਆ ਲੁਧਿਆਣਾ ਬੰਬ ਧਮਾਕੇ ਦੀ ਯੋਜਨਾ ਬਣਾਈ। ਤਿੰਨਾਂ ਦੇ ਵਿੱਚੋਂ ਪਹਿਲਾਂ ਕੁਦਰਤਨ ਗਗਨਦੀਪ ਸਿੰਘ ਬਾਹਰ ਆਉਂਦਾ ਹੈ। ਇਸੇ ਕਰਕੇ ਰਣਜੀਤ ਸਿੰਘ ਤੇ ਸੁਖਵਿੰਦਰ ਸਿੰਘ ਨੇ
ਗਗਨਦੀਪ ਨੂੰ ਇਸ ਕੰਮ ਵਾਸਤੇ ਤਿਆਰ ਕਰ ਲਿਆ। ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਧਮਾਕੇ ਤੋਂ ਬਾਅਦ ਕੇਂਦਰੀ ਅਤੇ ਪੰਜਾਬ ਦੀਆਂ ਜਿਹੜੀਆਂ ਏਜੰਸੀਆਂ ਨੇ, ਦੋਵੇਂ ਹੀ ਏਜੰਸੀਆਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀਆਂ ਨੇ ਅਤੇ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਅਤੇ ਦੋਵਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਤੇ 7-7 ਦਿਨਾਂ ਦਾ ਰਿਮਾਂਡ ਵੀ ਪ੍ਰਾਪਤ ਕਰ ਲਿਆ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਾਬਕਾ ਹੈੱਡ ਕਾਂਸਟੇਬਲ ਗਗਨਦੀਪ ਨੂੰ 11 ਅਗਸਤ 2019 ਨੂੰ STF ਦੀ ਟੀਮ ਨੇ ਗ੍ਰਿਫਤਾਰ ਕੀਤਾ ਸੀ। ਬਾਅਦ ਵਿੱਚ ਉਸ ਨੂੰ ਨੌਕਰੀਓਂ ਬਰਖਾਸਤ ਕਰ ਦਿੱਤਾ ਗਿਆ। STF ਨੇ ਰਿਮਾਂਡ ਤੇ ਲਗਭਗ 12 ਦਿਨ ਗਗਨਦੀਪ ਤੋਂ ਉਸ ਵਕਤ ਪੁੱਛਗਿੱਛ ਕੀਤੀ ਅਤੇ ਬਾਅਦ ਦੇ ਵਿੱਚ ਜੁਡੀਸ਼ੀਅਲ ਰਿਮਾਂਡ ਤੇ ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਭੇਜ ਦਿੱਤਾ ਸੀ। ਗਗਨਦੀਪ 24 ਅਗਸਤ 2019 ਤੋਂ 8 ਸਤੰਬਰ 2021 ਤੱਕ ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਬੰਦ ਰਿਹਾ ਅਤੇ ਇਹ ਤਿੰਨੋਂ ਹੀ ਬੰਦੇ ਇੱਕੋ ਹੀ ਬੈਰਕ ਦੇ ਵਿੱਚ ਬੰਦ ਰਹਿੰਦੇ ਨੇ। ਗਗਨਦੀਪ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਕੈਦ ਕੱਟ ਰਹੇ ਚੀਤਾ ਅਤੇ ਬਾਕਸਰ ਦੇ ਨਾਲ ਇੱਕੋ ਹੀ ਬੈਰਕ ਦੇ ਵਿੱਚ ਬੰਦ ਕੀਤਾ ਗਿਆ ਤੇ ਉਹਨਾਂ ਤੋਂ ਹੀ ਹੁਣ ਪੁੱਛਗਿੱਛ ਜਾਰੀ ਹੈ। ਅਤੇ ਇਹ ਵੀ ਖਬਰ ਮਿਲ ਰਹੀ ਹੈ ਕਿ ਜਦੋਂ ਇੱਕੋ ਹੀ ਬੈਰਕ ਦੇ ਵਿੱਚ ਬੰਦ ਸੀ ਤਾਂ ਤਿੰਨਾਂ ਦਾ ਆਪਸੀ ਮੇਲ ਮਿਲਾਪ ਕਾਫੀ ਵਧਿਆ। ਭਰੋਸੇਯੋਗ ਸੂਤਰ ਦੱਸ ਰਹੇ ਨੇ ਕਿ ਮੁਲਜ਼ਮ ਚੀਤਾ ਨੇ ਪਾਕਿਸਤਾਨ ਦੇ ਵਿੱਚ ਬੈਠੇ ਤਸਕਰ ਰਿੰਦਾ ਦੇ ਨਾਲ ਗਗਨਦੀਪ ਦੀ ਗੱਲਬਾਤ ਕਰਵਾਈ ਹੈ, ਜਿਸ ਤੋਂ ਬਾਅਦ ਬਾਹਰ ਜਦੋਂ ਗਗਨਦੀਪ ਨਿਕਲਿਆ ਉਹਨੂੰ ਇਸ ਕੰਮ ਵਾਸਤੇ ਤਿਆਰ ਕਰ ਲਿਆ ਗਿਆ ਅਤੇ ਇਹ ਵੀ ਪਤਾ ਲੱਗਿਆ ਕਿ ਜੇਲ੍ਹ 'ਚ ਬੈਠੇ ਮੁਲਜ਼ਮਾਂ ਨੇ ਲੁਧਿਆਣਾ ਦੇ ਵਿੱਚ ਧਮਾਕੇ ਦੀ ਯੋਜਨਾ ਉਲੀਕੀ, ਗਗਨਦੀਪ ਨੂੰ ਪੈਸਿਆਂ ਦਾ ਲਾਲਚ ਦਿੱਤਾ। ਸਤੰਬਰ ਮਹੀਨੇ ਜਦੋਂ ਉਹ ਜੇਲ੍ਹ 'ਚੋਂ ਬਾਹਰ ਆਉਂਦਾ ਹੈ, ਬਾਹਰ ਆਉਣ ਤੋਂ ਬਾਅਦ ਗਗਨਦੀਪ ਲਗਾਤਾਰ ਚੀਤੇ ਨਾਲ ਫੋਨ ਤੇ ਆਪਸ ਦੇ ਵਿੱਚ ਸੰਪਰਕ ਦੇ ਵਿੱਚ ਸੀ। ਇਹ ਵੀ ਪਤਾ ਲੱਗਿਆ ਹੁਣ ਤੱਕ ਕਾਲ ਡਿਟੇਲ ਤੋਂ ਕਿ ਆਖਰੀ ਵਾਰ ਵੀ ਜਿਹੜਾ ਕਾਲ ਹੋਈ ਹੈ ਉਹ ਚੀਤੇ ਦੇ ਨਾਲ ਹੋਈ ਹੈ। ਅਦਾਲਤ ਦੇ ਵਿੱਚ ਧਮਾਕੇ ਦੀ ਯੋਜਨਾ, ਲੋੜੀਂਦਾ ਸਮਾਨ, ਇਹ ਸਾਰਾ ਕੁਝ ਕਿਵੇਂ ਪਹੁੰਚਿਆ, ਕੇਂਦਰੀ ਜਾਂਚ ਏਜੰਸੀ ਤੇ ਪੰਜਾਬ ਦੀਆਂ ਏਜੰਸੀਆਂ ਇਹਦੇ ਉੱਤੇ ਹੁਣ ਕੰਮ ਕਰ ਰਹੀਆਂ ਨੇ। ਹੁਣ ਜਾਂਚ ਏਜੰਸੀਆਂ ਸਿਰਫ ਇੱਕੋ ਹੀ ਐਂਗਲ ਨੂੰ ਆਧਾਰ ਬਣਾ ਕੇ ਜਾਂਚ ਪੜਤਾਲ ਨਹੀਂ ਕਰ ਰਹੀਆਂ, ਕਈ ਐਂਗਲਸ ਤੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਸ਼ੱਕ ਹੈ ਕਿ ਜੇਲ੍ਹ ਦੇ ਅੰਦਰ ਕੁਝ ਹੋਰ ਲੋਕ ਵੀ ਹੈ, ਕੁਝ ਹੋਰ ਵਿਅਕਤੀ ਵੀ ਹੈ ਜਿਹੜੇ ਇਸ ਧਮਾਕੇ ਦੀ ਯੋਜਨਾ ਦੇ ਵਿੱਚ ਰਣਜੀਤ ਸਿੰਘ ਚੀਤਾ ਦੇ ਨਾਲ ਮਿਲੇ ਹੋ ਸਕਦੇ ਹੈ। ਪੁਲਿਸ ਰਿਮਾਂਡ ਹੈ, ਹੁਣ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਵੀ ਉਮੀਦ ਹੈ ਕਿ ਕਈ ਉਹਨਾਂ ਲੋਕਾਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ ਕਿ ਜੇ ਰਣਜੀਤ ਸਿੰਘ ਚੀਤਾ ਤੇ ਗਗਨਦੀਪ ਦੇ ਨਾਲ ਸੈਂਟਰਲ ਜੇਲ੍ਹ ਦੇ ਵਿੱਚ ਉਹ 2 ਸਾਲਾਂ ਦੇ ਵਕਫੇ ਦੇ ਵਿੱਚ ਬੰਦ ਰਹੇ ਅਤੇ ਬੀਤੇ 3.5 ਮਹੀਨੇ ਜਦੋਂ ਦਾ ਗਗਨਦੀਪ ਜੇਲ੍ਹ ਤੋਂ ਬਾਹਰ ਆਇਆ ਸੀ ਕਿ ਇਹਨਾਂ ਦਿਨਾਂ ਦੇ ਦੌਰਾਨ ਕੇਂਦਰੀ ਜੇਲ੍ਹ ਲੁਧਿਆਣਾ ਦੇ ਵਿੱਚੋਂ ਹੋਰ ਕਿਹੜਾ ਬਾਹਰ ਆਇਆ, ਉਹਨਾਂ ਦੀ ਲਿਸਟ ਤਿਆਰ ਕਰਕੇ ਉਹਨਾਂ ਤੋਂ ਵੀ ਪੁੱਛਗਿੱਛ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ। ਹੁਣ ਤੱਕ ਜਿਹੜੀ ਪੁੱਛਗਿੱਛ ਕੀਤੀ ਗਈ ਹੈ ਉਹ ਗਗਨਦੀਪ ਦੀ ਘਰਵਾਲੀ ਤੋਂ, ਉਹਦੇ ਭਰਾ ਤੋਂ, ਉਹਦੇ ਪਿਤਾ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਹ ਵੀ ਪਤਾ ਲੱਗਿਆ ਕਿ ਤਿੰਨਾਂ ਨੂੰ ਵੱਖੋ-ਵੱਖ ਥਾਵਾਂ ਤੇ ਬਿਠਾ ਕੇ ਅਤੇ ਵੱਖੋ-ਵੱਖ ਸਵਾਲ ਕੀਤੇ ਗਏ ਅਤੇ ਬੋਡੀ ਦੀ ਸ਼ਨਾਖਤ ਵੀ ਇਹਨਾਂ ਨੇ ਕੀਤੀ ਸੀ। ਹੁਣ ਜਾਂਚ ਟੀਮ ਇਹ ਵੀ ਜਾਣਨ ਦੀ ਇਸ ਵਕਤ ਕੋਸ਼ਿਸ਼ ਦੇ ਵਿੱਚ ਹੈ ਕਿ ਕੀ ਗਗਨਦੀਪ ਦੀ ਪਿਛਲੇ 3.5 ਮਹੀਨਿਆਂ ਤੋਂ ਐਕਟੀਵਿਟੀ ਕਿਹੜੀ ਰਹੀ, ਉਹ ਕਿੱਥੇ ਜਾਂਦਾ ਸੀ, ਕਿੱਥੇ ਆਉਂਦਾ ਸੀ, ਕਿਹਨੂੰ ਮਿਲਦਾ ਸੀ, ਇਹਨਾਂ 3.5 ਮਹੀਨਿਆਂ ਦੌਰਾਨ ਉਹਦਾ ਇਨਕਮ ਸੋਰਸ ਕੀ ਰਿਹਾ, ਕਿਹੜੀ ਵਜ੍ਹਾ ਰਹੀ ਕਿ ਪੁਲਿਸ ਦੀ ਨੌਕਰੀ ਕਰਦਾ ਉਹ ਤਸਕਰ ਬਣ ਗਿਆ, ਤਸਕਰ ਤੋਂ ਉਹ ਅੱਤਵਾਦੀ ਬਣ ਗਿਆ। ਕਿ ਇਹਦੇ ਪਿੱਛੇ ਕੋਈ ਪੈਸੇ ਬਣਾਉਣ ਵਾਲੀ ਗੱਲ ਹੈ ਜਾਂ ਕੋਈ ਹੋਰ ਫੰਡਾ ਹੈ। ਇਹ ਵੀ ਪਤਾ ਲੱਗਿਆ ਕਿ ਪੁਲਿਸ ਗਗਨਦੀਪ ਦੇ 2 ਸਾਲਾਂ ਵਿੱਚ ਇਸਤੇਮਾਲ ਕੀਤੇ ਜਾ ਰਹੇ ਸਾਰੇ ਮੋਬਾਈਲ ਸਿਮਾਂ ਦੀ ਜਾਂਚ ਕਰ ਰਹੀ ਹੈ, ਉਹਦੀਆਂ ਕਾਲ ਡਿਟੇਲਸ ਕੱਢੀਆਂ ਜਾ ਰਹੀਆਂ ਨੇ, ਕਿਹਦੇ ਨਾਲ ਉਹ ਗੱਲਾਂ ਕਰਦਾ ਸੀ ਉਹ ਦੇਖਿਆ ਜਾ ਰਿਹਾ ਹੈ ਅਤੇ ਲੰਬਾ ਸਮਾਂ ਕਿਹਦੇ ਨਾਲ ਗੱਲਾਂ ਕਰਦਾ ਰਿਹਾ ਉਹ ਵੇਖਿਆ ਜਾ ਰਿਹਾ ਹੈ ਅਤੇ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ ਸਮੇਂ ਲਈ ਉਹ ਕਿਹਨੂੰ ਫੋਨ ਕਰਦਾ ਹੁੰਦਾ ਸੀ ਉਹ ਨੋਟ ਕੀਤਾ ਜਾ ਰਿਹਾ ਹੈ। ਹੁਣ ਇਹ ਸਾਰੀਆਂ ਗੱਲਾਂ ਬਾਤਾਂ ਨੂੰ ਆਧਾਰ ਬਣਾ ਕੇ ਇਸ ਜਾਂਚ ਪੜਤਾਲ ਨੂੰ ਅਗਲੇ ਪੜਾਅ ਵੱਲ ਵਧਾਇਆ ਜਾ ਰਿਹਾ ਹੈ। ਹੁਣ ਬੇਸ਼ੱਕ ਪੁਲਿਸ ਨੇ ਜਿਹੜੇ ਨੰਬਰ ਅੱਜ ਤੱਕ ਟਰੇਸ ਕਰ ਲਏ ਨੇ, ਜਿਨ੍ਹਾਂ ਦੇ ਨਾਲ ਗਗਨਦੀਪ ਬੀਤੇ ਦਿਨਾਂ ਦੇ ਵਿੱਚ ਇਨ ਟੱਚ ਰਿਹਾ, ਉਹ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਲਏ ਨੇ। ਗਗਨਦੀਪ ਦੀ ਮਹਿਲਾ ਮਿੱਤਰ ਕਮਲਜੀਤ, ਜਿਹੜੀ ਇੱਕ ਖੁਦ ਲੇਡੀ ਕਾਂਸਟੇਬਲ ਹੈ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਖੰਨਾ ਦੇ ਵਿੱਚ SPH ਦੀ ਨਾਇਬ ਰੀਡਰ ਹੈ। ਹੁਣ ਉਹਦੇ ਕੋਲੋਂ ਪੁੱਛ ਪੜਤਾਲ ਹੋਣੀ ਹੈ। ਸੂਤਰ ਦੱਸਦੇ ਨੇ ਕਿ ਧਮਾਕੇ ਤੋਂ ਪਹਿਲਾਂ ਗਗਨਦੀਪ ਨੇ ਕਮਲਜੀਤ ਨੂੰ ਇਹਦੇ ਬਾਬਤ ਜਾਣਕਾਰੀ ਦਿੱਤੀ ਸੀ ਅਤੇ ਇਹ ਵੀ ਪਤਾ ਲੱਗਿਆ ਕਿ ਪੁਲਿਸ ਮਹਿਕਮੇ ਦੇ ਵਿੱਚੋਂ ਬਰਖਾਸਤ ਹੋ ਚੁੱਕਿਆ ਸੀ। ਜਦੋਂ ਬਰਖਾਸਤਗੀ ਹੁੰਦੀ ਆ, ਉਹ ਸਦਰ ਥਾਣਾ ਖੰਨਾ ਦੇ ਵਿੱਚ ਮੁਨਸ਼ੀ ਦੇ ਅਹੁਦੇ ਤੇ ਤੈਨਾਤ ਸੀ, ਪਰ ਬਰਖਾਸਤ ਹੋਣ ਤੋਂ ਬਾਅਦ ਉਹ ਰੂਟੀਨ ਦੇ ਵਿੱਚ ਥਾਣਾ ਸਦਰ ਆਉਂਦਾ ਜਾਂਦਾ ਰਹਿੰਦਾ ਸੀ
ਅਤੇ ਤੇ ਥਾਣੇ ਦੇ ਕਈ ਮੁਲਜ਼ਮ ਹਾਲੇ ਵੀ ਉਹਦੇ ਸੰਪਰਕ ਵਿੱਚ ਸੀ ਤੇ ਇਹ ਵੀ ਉਮੀਦ ਹੈ ਕਿ ਜਿਨ੍ਹਾਂ ਦੇ ਉਹ ਸੰਪਰਕ ਵਿੱਚ ਸੀ ਉਹਨਾਂ ਤੋਂ ਵੀ ਪੁੱਛਗਿੱਛ ਜਾਂਚ ਏਜੰਸੀਆਂ ਜ਼ਰੂਰ ਕਰਨਗੀਆਂ। ਕਹਿਣ ਦਾ ਭਾਵ ਹੁਣ ਤੱਕ ਇਹ ਤਾਂ ਪਤਾ ਲੱਗ ਗਿਆ ਕਿ ਬੰਬ ਕਿਹਨੇ ਚਲਾਇਆ ਸੀ, ਕਿਹਦੇ ਨਾਲ ਉਹ ਸੰਪਰਕ ਵਿੱਚ ਸੀ, ਸਾਜ਼ਿਸ਼ ਕਿੱਥੇ ਘੜੀ ਗਈ ਸੀ। ਹੁਣ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗਗਨਦੀਪ, ਇਹਦੇ ਨਾਲ ਰਣਜੀਤ ਚੀਤਾ, ਸੁਖਵਿੰਦਰ ਰਿੰਦਾ ਜਾਂ ਹੋਰ ਇਹਨਾਂ ਦੇ ਨਾਲ ਕਿਹੜੇ ਰਲੇ ਤੇ ਮਿਲੇ ਹੋਏ ਸੀ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਜ਼ਿਸ਼ ਦੀਆਂ ਹੋਰ ਕਿਹੜੀਆਂ ਪਰਤਾਂ ਖੁੱਲ੍ਹਦੀਆਂ ਨੇ। ਪਰ ਅੱਜ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਸੀ ਕਿ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਦੇ ਵੱਲੋਂ ਚੋਣ ਲੜਨ ਦਾ ਫੈਸਲਾ ਕਰ ਲਿਆ ਗਿਆ, ਜਦੋਂ ਕਿ ਕੁਝ ਕਿਸਾਨ ਜਥੇਬੰਦੀਆਂ ਨੇ ਆਖਿਆ ਕਿ ਅਸੀਂ ਚੋਣਾਂ ਲੜਨੀਆਂ ਨਹੀਂ, ਕੁਝ ਨੇ ਆਖਿਆ ਕਿ ਅਸੀਂ ਚਿੰਤਨ ਮੰਥਨ ਕਰ ਰਹੇ ਹਾਂ। ਹੋ ਸਕਦਾ ਹੈ ਕਿ ਕੁੱਲ ਮਿਲਾ ਕੇ ਚੋਣ ਲੜਨ ਵਾਲੀਆਂ ਜਥੇਬੰਦੀਆਂ 25 ਹੋ ਜਾਣ, ਪਰ ਅਸਲ ਪੰਜਾਬ ਦੀਆਂ 32 ਜਥੇਬੰਦੀਆਂ ਸੀ। ਜਿਹੜੀਆਂ ਜਥੇਬੰਦੀਆਂ ਚੋਣ ਨਹੀਂ ਲੜ ਰਹੀਆਂ ਉਹਨਾਂ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾਕਟਰ ਦਰਸ਼ਨਪਾਲ ਨੇ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਹੈ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ, ਲੋਕ ਭਲਾਈ ਨੁਮਾਇੰਦੇ ਉਹ ਹੈਗੇ ਬਲਦੇਵ ਸਿੰਘ ਸਿਰਸਾ, ਉਹ ਕਹਿੰਦੇ ਅਸੀਂ ਚੋਣ ਨਹੀਂ ਲੜਨੀ, ਕਿਰਤੀ ਕਿਸਾਨ ਯੂਨੀਅਨ ਦੇ ਹਰਦੀਪ ਸਿੰਘ ਸਿੱਧੂ ਉਹ ਕਹਿੰਦੇ ਅਸੀਂ ਵੀ ਚੋਣ ਨਹੀਂ ਲੜਨੀ, ਜਦੋਂ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਡਕੌਂਦਾ ਉਹ ਹੋ ਸਕਦਾ ਕਿ ਫੈਸਲਾ ਕਰ ਲੈਣ ਕਿ ਅਸੀਂ ਚੋਣ ਲੜਨੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਅਸੀਂ ਸਿਆਸਤ ਵਿੱਚ ਨਹੀਂ ਆਉਣਾ। ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਨੇ ਇੱਥੋਂ ਤੱਕ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਆਗੂ ਸਿਰਫ ਸੜਕਾਂ ਤੇ ਉੱਤੇ ਬੈਠ ਕੇ ਸੰਘਰਸ਼ਸ਼ੀਲ ਰਹਿਣ, ਉਹ ਸਿਆਸਤ ਵਿੱਚ ਨਾ ਕੁੱਦਣ। ਜਦੋਂ ਕਿ ਦੂਸਰੇ ਕਿਸਾਨ ਆਗੂ ਨੇ ਜਿਹੜੇ ਉਹ ਕਹਿੰਦੇ ਕਿ ਸਾਨੂੰ ਪੰਜਾਬ ਦੇ ਲੋਕ ਸੰਘਰਸ਼ ਜਿੱਤਣ ਤੋਂ ਬਾਅਦ ਲਗਾਤਾਰ ਆਖ ਰਹੇ ਸੀ ਕਿ ਭਾਈ ਸੰਘਰਸ਼ਾਂ ਦੇ ਨਾਲ ਗੱਲ ਨਹੀਂ ਬਣਨੀ, ਤੁਸੀਂ ਵਿਧਾਨ ਸਭਾ 'ਚ ਪਹੁੰਚੋ। ਪਰ ਸਵਾਲ ਹੁਣ ਅਗਲਾ ਇਹ ਹੈ ਕਿ ਕੀ ਪੰਜਾਬ ਦੇ ਲੋਕ ਜਿਹੜੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਹਿੰਦੇ ਸਨ, ਹੁਣ ਉਹ ਐਲਾਨ ਕਰ ਚੁੱਕੇ ਨੇ ਕਿ 117 ਦੀਆਂ 117 ਸੀਟਾਂ ਤੇ ਚੋਣਾਂ ਲੜਾਂਗੇ, ਕੀ ਜਿੰਦਾਬਾਦ ਕਰਦੇ ਆ, ਕੀ ਚੋਣਾਂ ਦੇ ਵਿੱਚ ਉਹਨਾਂ ਨੂੰ ਜਿਤਾਉਂਦੇ ਆ ਜਾਂ ਨਹੀਂ, ਇਹ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਹੈ। ਪਰ ਹੁਣ ਦੇਖੋ ਕਿ ਕਿਹੜਾ ਲੀਡਰ ਕਿੱਥੋਂ ਚੋਣ ਲੜਦਾ ਹੈ। ਪਰ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਕਿਸਾਨ ਮੋਰਚੇ ਦੇ ਵਿੱਚ ਖੂੰਡੇ ਵਾਲੇ ਬਾਪੂ ਦੇ ਨਾਮ ਨਾਲ ਮਸ਼ਹੂਰ ਹੈ ਰੁਲਦੂ ਸਿੰਘ ਮਾਨਸਾ, ਉਹਨਾਂ ਨੇ ਆਪਣੇ ਪੱਤੇ ਸਾਫ਼ ਕਰ ਦਿੱਤੇ ਹੈ ਕਿ ਜੇਕਰ ਮੋਰਚਾ ਮੈਨੂੰ ਟਿਕਟ ਦੇਊਗਾ ਤਾਂ ਮੈਂ ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਆਪਣੇ ਆਪ ਨੂੰ ਖੱਬੀ ਖਾਨ ਸਮਝਣ ਵਾਲੇ ਸਿੱਧੂ ਮੂਸੇਵਾਲੇ ਨੂੰ ਟੱਕਰ ਦੇਵਾਂਗਾ। ਉਹਨਾਂ ਇਹ ਵੀ ਆਖਿਆ ਕਿ ਭਾਵੇਂ ਅਸੀਂ ਸਿਆਸਤ ਵਿੱਚ ਨਹੀਂ ਜਾ ਰਹੇ ਸੀ, ਪਰ ਸਾਨੂੰ ਆਖਰਕਾਰ ਲੋਕਾਂ ਦੇ ਕਹਿਣ ਤੇ ਸਿਆਸਤ ਵਿੱਚ ਆਉਣਾ ਪਿਆ। ਭਾਵੇਂ ਕਹਿੰਦੇ ਹੁਣ ਅਸੀਂ ਕੁੱਦ ਗਏ ਹਾਂ, ਪਰ ਸੰਯੁਕਤ ਕਿਸਾਨ ਮੋਰਚੇ ਤੋਂ 32 ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਲਈ ਅਸੀਂ ਏਕਤਾ ਨੂੰ ਟੁੱਟਣ ਨਹੀਂ ਦਿਆਂਗੇ। ਵੱਖ-ਵੱਖ ਫਰੰਟਾਂ ਤੇ ਪਹਿਲਾਂ ਵਾਂਗੂ ਲੜਦੇ ਰਹਾਂਗੇ। ਕਿਸਾਨੀ ਸੰਘਰਸ਼ ਦੇ ਵਿੱਚ ਸਰਗਰਮ ਜਥੇਬੰਦੀਆਂ ਦਾ ਪਹਿਲਾਂ ਵਾਂਗੂ ਪੂਰਾ ਸਾਥ ਵੀ ਦਿੰਦੇ ਰਹਾਂਗੇ। ਪਰ ਹੁਣ ਸਵਾਲ ਇਹ ਹੈ, ਉਹ ਕਹਿੰਦੇ ਮੈਂ ਮਾਨਸਾ ਤੋਂ ਲੜਨ ਵਾਸਤੇ ਤਿਆਰ ਹਾਂ ਜੇਕਰ ਮੈਨੂੰ ਸੰਯੁਕਤ ਮੋਰਚੇ ਦੇ ਵਿੱਚੋਂ ਜਿਹੜੀ ਆ ਨਵੀਂ ਇੱਕ ਮੰਚ ਨਿਕਲਿਆ ਸੰਯੁਕਤ ਸਮਾਜ ਮੋਰਚਾ, ਕੀ ਸੰਯੁਕਤ ਸਮਾਜ ਮੋਰਚਾ ਜੇ ਉਹਨੂੰ ਮਾਨਸਾ ਤੋਂ ਟਿਕਟ ਦਿੰਦਾ ਹੈ ਤਾਂ ਮੈਂ ਸਿੱਧੂ ਮੂਸੇਵਾਲੇ ਦੇ ਖਿਲਾਫ ਲੜਨ ਵਾਸਤੇ ਤਿਆਰ ਹਾਂ। ਪਰ ਹਾਲੇ ਦੂਸਰੇ ਪਾਸੇ ਸਿੱਧੂ ਮੂਸੇਵਾਲੇ ਦੀ ਵੀ ਟਿਕਟ ਦਾ ਐਲਾਨ ਨਹੀਂ ਹੋਇਆ। ਪਰ ਇਹ ਜ਼ਰੂਰ ਹੈ ਕਿ ਰੁਲਦੂ ਸਿੰਘ ਮਾਨਸਾ ਲੋਕਾਂ ਦੇ ਹਰਮਨ ਪਿਆਰੇ ਕਿਸਾਨ ਲੀਡਰ ਨੇ। ਇਹਦੇ ਵਾਸਤੇ ਕਾਂਗਰਸ ਪਾਰਟੀ ਨੂੰ ਉਹਨੇ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਹੈ। ਬੀਤੇ ਦਿਨੀ ਸਿੱਧੂ ਮੂਸੇਵਾਲਾ ਨੇ ਇੱਕ ਰੈਲੀ ਦੇ ਵਿੱਚ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੂੰ ਆਖਿਆ ਸੀ ਕਿ ਜਿਵੇਂ 4 ਸਾਲਾਂ ਦੇ ਵਿੱਚ ਬਾਕੀ ਸਾਰੇ ਕਲਾਕਾਰ ਮਾਂਜ ਤੇ ਨਾ, ਹੁਣ ਤੁਸੀਂ ਦੇਖਿਓ ਕਿ ਆਉਣ ਵਾਲੇ ਦਿਨਾਂ 'ਚ ਮੈਂ ਕੀ ਬਣ ਕੇ ਟੱਕਰਾਂਗਾ। ਹੁਣ ਦੇਖੋ ਕਿ ਉਹ ਟੱਕਰ ਨੂੰ ਫਿਰਦੇ ਸੀ ਦੂਸਰਿਆਂ ਨੂੰ ਤੇ ਉਹਨਾਂ ਨੂੰ ਖੂੰਡੇ ਵਾਲੇ ਬਾਪੂ ਜੀ ਟੱਕਰ ਗਏ ਨੇ। ਵੇਖਦੇ ਹਾਂ ਕਿ ਦੋਵੇਂ ਇੱਕੋ ਹੀ ਵਿਧਾਨ ਸਭਾ ਹਲਕੇ ਤੋਂ ਟੱਕਰ ਲੈਂਦੇ ਆ ਜਾਂ ਵੱਖੋ ਵੱਖਰੀਆਂ ਵਿਧਾਨ ਸਭਾਵਾਂ ਤੋਂ ਵੱਖੋ ਵੱਖ ਥਾਵਾਂ ਤੋਂ ਚੋਣ ਲੜਦੇ ਆ, ਜਾਂ ਫਿਰ ਲੋਕ ਸਿੱਧੂ ਨੂੰ ਹਰਾਉਂਦੇ ਆ ਜਾਂ ਸਿੱਧੇ ਸਾਦੇ ਬਾਪੂ ਖੂੰਡੇ ਵਾਲੇ ਨੂੰ ਜਿਤਾਉਂਦੇ ਆ। ਇਹ ਸਮਾਂ ਆਉਣ ਵਾਲਾ ਦੱਸੇਗਾ ਕਿ ਕੌਣ ਜਿੱਤਦਾ ਤੇ ਕੌਣ ਹਾਰਦਾ ਹੈ। ਜਿਸ ਗੱਲ ਦੀ ਤਵੱਕੋ ਕੀਤੀ ਜਾ ਰਹੀ ਸੀ ਕਿ ਕਿਸਾਨ ਆਗੂ ਚੋਣਾਂ ਲੜਨ ਕਿਉਂ ਨਹੀਂ ਲੜਦੇ, ਲੜਨਗੇ ਤੇ ਉਹਨਾਂ ਨੇ ਆਲਰੇਡੀ ਐਲਾਨ ਕਰ ਦਿੱਤਾ ਹੈ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ
ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।